ਸਤਿ ਸ਼੍ਰੀ ਅਕਾਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਅੱਜ ਪਾਤੜਾਂ ਤੇ ਸਮਾਣਾ 'ਚ 3 ਬੂਥਾਂ ਤੇ ਦੁਬਾਰਾ ਵੋਟਿੰਗ। ਚੋਣ ਕਮਿਸ਼ਨ ਨੂੰ ਈਵੀਐਮ ਨੂੰ ਨੁਕਸਾਨ ਪਹੁੰਚਾਉਣ ਸੰਬੰਧੀ ਮਿਲੀ ਸੀ ਸ਼ਿਕਾਇਤ। 17 ਨੂੰ ਨਤੀਜਿਆਂ ਦਾ ਹੋਵੇਗਾ ਐਲਾਨ। ਦੀਪ ਸਿੱਧੂ ਦੀ ਅੱਜ ਅਦਾਲਤ 'ਚ ਮੁੜ ਤੋਂ ਹੋਵੇਗੀ ਪੇਸ਼ੀ। 7 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਕੀਤਾ ਜਾਵੇਗਾ ਪੇਸ਼। ਲਾਲ ਕਿਲ੍ਹਾ ਹਿੰਸਾ 'ਚ ਆਰੋਪੀ ਹੈ ਦੀਪ ਸਿੱਧੂ। ਪੁਲਿਸ ਅਦਾਲਤ ਤੋਂ ਮੁੜ ਮੰਗ ਸਕਦੀ ਹੈ ਰਿਮਾਂਡ। ਮੁਰਿੰਡਾ 'ਚ ਗੈਸ ਏਜੰਸੀ ਦੇ ਡਰਾਈਵਰ ਤੋਂ ਲੁੱਟ ਦੀ ਵਾਰਦਾਤ। ਲੁਟੇਰੇ ਕਰੀਬ 38,000 ਖੋਹ ਕੇ ਹੋਏ ਫਰਾਰ। 2 ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਦੇਸ਼ ਭਰ ਦੇ ਵਿੱਚ ਅੱਜ ਬਸੰਤ ਪੰਚਮੀ ਦਾ ਤਿਉਹਾਰ। ਲੋਕ ਵਿਦਿਆ ਦੀ ਦੇਵੀ ਸਰਸਵਤੀ ਦੀ ਕਰਦੇ ਨੇ ਪੂਜਾ। ਪੀਲੇ ਰੰਗ ਦੇ ਕੱਪੜੇ ਤੇ ਮਿਠਾਈਆਂ ਨੂੰ ਦਿੱਤੀ ਜਾਂਦੀ ਹੈ ਮਹੱਤਤਾ। ਪਤੰਗਾਂ ਦੀਆਂ ਦੁਕਾਨਾਂ ਤੇ ਵੀ ਵਧੀ ਭੀੜ। ਤੇ ਹੁਣ ਖਬਰਾਂ ਦਾ ਵਿਸਥਾਰ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ 3 ਬੂਥਾਂ ਤੇ ਦੁਬਾਰਾ ਤੋਂ ਵੋਟਿੰਗ ਹੋਣ ਜਾ ਰਹੀ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਹੁਕਮਾਂ ਤੇ ਅੱਜ ਪਟਿਆਲਾ ਦੇ ਕੁਝ ਬੂਥਾਂ ਤੇ ਮੁੜ ਤੋਂ ਚੋਣ ਕਰਾਈ ਜਾਵੇਗੀ। ਇਸ ਦੇ ਵਿੱਚ ਸਮਾਣਾ ਦਾ ਬੂਥ ਨੰਬਰ 11, ਨੰਬਰ 22 ਅਤੇ ਨੰਬਰ 23 ਤੇ ਪਾਤੜਾਂ ਦਾ ਬੂਥ ਨੰਬਰ 8 ਸ਼ਾਮਲ ਹੈ। ਦੱਸ ਦਈਏ ਕਿ ਨਗਰ ਨਿਗਮ ਚੋਣਾਂ ਦੌਰਾਨ ਕਈ ਥਾਂ ਤੇ ਹਿੰਸਾ ਤੇ ਈਵੀਐਮ ਮਸ਼ੀਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਨੇ ਉਕਤ ਬੂਥਾਂ ਤੇ ਮੁੜ ਤੋਂ ਚੋਣ ਕਰਾਉਣ ਦੇ ਆਦੇਸ਼ ਦਿੱਤੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਪੱਟੀ ਦੇ ਵਿੱਚ ਵੋਟਾਂ ਵਾਲੇ ਦਿਨ ਹੋਈ ਝੜਪ ਦਾ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ, ਜਿਸ ਦੇ ਵਿੱਚ ਆਗੂ ਲਾਲਜੀਤ ਸਿੰਘ ਭੁੱਲਰ ਦੀ ਬੇਰਹਿਮੀ ਦੇ ਨਾਲ ਮਾਰਕੁੱਟ ਹੁੰਦੀ ਹੋਈ ਸਾਫ਼ ਦਿਖਾਈ ਦੇ ਰਹੀ ਸੀ। ਪੁਲਿਸ ਤੇ ਵੀ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸਨ। ਸੋ ਪਟਿਆਲਾ ਦੇ ਇਹ ਬੂਥ ਨੇ ਜਿੱਥੇ ਇੱਕ ਵਾਰ ਫਿਰ ਤੋਂ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਸੋ ਅਨੁਰਾਗ ਸ਼ਰਮਾ ਸਾਡੇ ਪੱਤਰਕਾਰ ਪਟਿਆਲਾ ਤੋਂ ਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ। ਉਹਨਾਂ ਤੋਂ ਜਾਣਦੇ ਹਾਂ ਇਹਨਾਂ ਬੂਥਾਂ ਤੇ ਚੋਣਾਂ ਕਿਉਂ ਕਰਵਾਈਆਂ ਜਾ ਰਹੀਆਂ ਨੇ। ਅਨੁਰਾਗ, ਕਿੰਨੇ ਬੂਥ ਨੇ ਪਟਿਆਲਾ ਦੇ ਵਿੱਚ ਕੁੱਲ ਜਿੱਥੇ ਵੋਟਾਂ ਦੁਬਾਰਾ ਕਰਵਾਈਆਂ ਜਾ ਰਹੀਆਂ ਨੇ ਤੇ ਕੀ ਕਾਰਨ ਰਹੇ ਨੇ, ਕਿਉਂ ਕਰਵਾਈਆਂ ਜਾ ਰਹੀਆਂ ਨੇ ਦੁਬਾਰਾ ਤੋਂ ਵੋਟਾਂ? ਜੀ ਤੁਹਾਨੂੰ ਦੱਸ ਦਈਏ ਕਿ ਇਹ ਪਟਿਆਲਾ ਦੇ ਹਲਕਾ ਸਮਾਣਾ ਤੇ ਪਾਤੜਾਂ ਦੀ ਗੱਲ ਹੈ, ਜਿੱਥੇ ਕਿ ਰਿਟਰਨਿੰਗ ਅਫਸਰ ਵੱਲੋਂ ਰਾਜ ਕਮਿਸ਼ਨ ਨੇ ਕਿਹਾ ਕਿ ਮਸ਼ੀਨਾਂ ਜਿਹੜੀਆਂ ਹੈ ਉਹ ਨੁਕਸਾਨੀਆਂ ਗਈਆਂ ਨੇ। ਇਸ ਦੇ ਚੱਲਦਿਆਂ ਇਹ ਵੋਟਿੰਗ ਦੁਬਾਰਾ ਕਰਨੀ ਪਏਗੀ। ਸੋ ਉਸ ਦੇ ਚੱਲਦਿਆਂ ਕਿਉਂਕਿ 17 ਤਰੀਕ ਨੂੰ ਰਿਜ਼ਲਟ ਆਉਣਾ ਤੇ ਅੱਜ ਇਹ ਵੋਟਾਂ ਕਰਨੀਆਂ ਲਾਜ਼ਮੀ ਸਨ। ਸੋ ਅੱਜ ਸਵੇਰੇ 8 ਵਜੇ ਤੋਂ ਹੀ, ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖਿਆ, ਇਸ ਤਰ੍ਹਾਂ ਹੀ ਜਿਹੜੀ ਹੈ ਵੋਟਿੰਗ ਸਟਾਰਟ ਹੋ ਜਾਊਗੀ। ਪ੍ਰਕਿਰਿਆ 4 ਵਜੇ ਤੱਕ ਜਾਰੀ ਰਹੂਗੀ। ਗੱਲ ਕਰ ਲਈਏ 3 ਬੂਥਾਂ ਦੀ, ਜਿਸ ਤਰ੍ਹਾਂ ਕਿ ਇੱਕ ਪਾਤੜਾਂ ਦੇ ਵਿੱਚ ਬੂਥ ਹੈ ਔਰ 2 ਸਮਾਣਾ ਦੇ ਵਿੱਚ ਬੂਥ ਹੈ 22 ਔਰ 23 ਨੰਬਰ, ਜਿਸ ਦੇ ਵਿੱਚ ਕਿ ਅੱਜ ਰੀ ਇਲੈਕਸ਼ਨ ਜਿਹਨੂੰ ਕਹਿ ਦਈਏ ਉਹ ਕਰਵਾਏ ਜਾ ਰਹੇ ਨੇ। ਔਰ ਸਵੇਰ ਤੋਂ ਹੀ ਕੰਮ ਸ਼ੁਰੂ ਹੋ ਗਿਆ ਹੈ। ਟੀਮਾਂ ਪਹੁੰਚ ਚੁੱਕੀਆਂ ਨੇ। ਥੋੜੀ ਦੇਰ ਦੇ ਵਿੱਚ ਹੀ ਲਾਈਨਾਂ ਲੱਗ ਜਾਣਗੀਆਂ ਤੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਪਰ ਸਵਾਲ ਇਹ ਹੈ ਕਿ ਕੀ ਓਨੀ ਵੋਟਿੰਗ ਹੋ ਸਕੂਗੀ ਜਿੰਨੀ ਪਹਿਲਾਂ ਹੋਣੀ ਸੀ, ਜਾਂ ਫਿਰ ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਕਿੱਥੇ ਤੱਕ ਜਿਹੜੀ ਹੈ ਕੋਈ ਸਜ਼ਾ ਮਿਲਦੀ ਹੈ ਜਾਂ ਕੀ ਹੁੰਦਾ, ਇਹ ਵੱਡਾ ਸਵਾਲੀਆ ਨਿਸ਼ਾਨ ਹੈ। ਪਰ ਜੇਕਰ ਗੱਲ ਕਰ ਲਈਏ ਲੋਕਤੰਤਰ ਦੀ, ਤਾਂ ਲੋਕਤੰਤਰ ਦਾ ਮੇਨ ਮੁੱਢ ਜਿਹੜਾ ਹੈ ਵੋਟਾਂ ਤੋਂ ਹੀ ਬੰਨਿਆ ਜਾਊਗਾ ਤੇ ਉਸ ਦੀ ਅੱਜ ਪ੍ਰਕਿਰਿਆ ਫਿਰ ਦੁਬਾਰਾ ਤੋਂ ਸ਼ੁਰੂ ਹੋ ਚੁੱਕੀ ਹੈ। ਜੀ ਅਨੁਰਾਗ, ਇੱਥੇ ਜਿਹੜੇ ਬੂਥ ਨੇ ਕੁੱਲ, ਜਿਵੇਂ ਤੁਸੀਂ ਦੱਸਿਆ 4 ਬੂਥ ਨੇ ਕੁੱਲ ਪਟਿਆਲਾ ਦੇ ਵਿੱਚ ਜਿੱਥੇ ਵੋਟਾਂ, 3 ਬੂਥ ਨੇ ਜੀ। ਇੱਕ ਪਾਤੜਾ ਦੇ ਵਿੱਚ ਹੈ, 2 ਸਮਾਣਾ ਦੇ ਵਿੱਚ ਹੈ। ਇਸ ਸਾਰੇ ਬੂਥਾਂ ਤੇ ਜਿੱਥੇ ਵੋਟਾਂ ਹੋ ਰਹੀਆਂ ਨੇ, ਮਸ਼ੀਨਾਂ ਦੀ ਖਰਾਬੀ ਹੀ ਇੱਕ ਕਾਰਨ ਹੈ ਜਾਂ ਹੋਰ ਹਿੰਸਾ ਵਗੈਰਾ ਵੀ ਜਾਂ ਬੂਥ ਕੈਪਚਰਿੰਗ ਵਗੈਰਾ ਦੇ ਜੋ ਇਲਜ਼ਾਮ ਲਗਾਏ ਗਏ ਸਨ ਉਹਨਾਂ 'ਚ ਕਿੰਨੀ ਕੁ ਸੱਚਾਈ ਹੈ? ਜੀ ਜੇਕਰ ਇਲਜ਼ਾਮਾਂ ਦੀ ਗੱਲ ਕਰ ਲਈਏ ਤਾਂ ਇਲਜ਼ਾਮ ਦੀ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਸਨ ਉਸ ਵਕਤ ਦੀ, ਜਿਸ ਤਰ੍ਹਾਂ ਕਿ ਪੱਟੀ ਦੀ ਵੀ ਗੱਲ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਇੱਕ ਲੀਡਰ ਹੈ, ਉਹਦੇ ਨਾਲ ਖਿੱਚੋਤਾਣ ਕੀਤੀ ਗਈ ਹੈ। ਉਸ ਤੋਂ ਬਾਅਦ ਰਾਜਪੁਰਾ ਦੀ ਜੇਕਰ ਗੱਲ ਕਰ ਲਈਏ, ਰਾਜਪੁਰਾ ਦੀ ਤਸਵੀਰਾਂ ਸਭ ਤੋਂ ਪਹਿਲਾਂ ਸਾਡੇ ਖਬਰਾਂ ਦੇ ਵਿੱਚ ਹੀ ਨਸ਼ਰ ਹੋਈਆਂ ਸਨ, ਜਿਹਦੇ ਵਿੱਚ ਸਰਿਆਮ ਦਿਖ ਰਿਹਾ ਸੀ ਕਿ ਲੋਕ ਮੂੰਹ ਤੇ ਰੁਮਾਲ ਬੰਨ ਕੇ ਅੰਦਰ ਵੜਦੇ ਆ ਤੇ ਤੋੜ ਭੰਨ ਕਰਨੀ ਸ਼ੁਰੂ ਕਰਦੇ ਆ। ਉੱਥੇ ਫਿਰ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਇਆ ਜਾ ਰਿਹਾ ਸੀ। ਭਾਜਪਾ ਵੱਲੋਂ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਗੁੰਡਾਗਰਦੀ ਕਰ ਰਹੀ ਹੈ ਤੇ ਕਾਂਗਰਸ ਦੇ
ਜੋ ਉੱਥੇ ਉਮੀਦਵਾਰ ਸਨ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਇਹ ਭਾਜਪਾ ਦੇ ਨੇ, ਉਹ ਲੋਕ ਬਾਅਦ ਦੇ ਵਿੱਚ ਕਿਸਾਨਾਂ ਦਾ ਰੂਪ ਧਾਰਨ ਕਰਕੇ ਨਾਅਰੇਬਾਜ਼ੀ ਕਰਨ ਲੱਗ ਗਏ ਸਨ। ਸੋ ਇਸ ਤਰ੍ਹਾਂ ਹੀ ਘਟਨਾ ਸਮਾਣਾ ਦੇ ਵਿੱਚ ਹੋਈ, ਨਾਭਾ ਦੇ ਵਿੱਚ ਘਟੀ, ਪਾਤੜਾਂ ਦੇ ਵਿੱਚ ਘਟੀ, ਪੱਟੀ ਦੇ ਵਿੱਚ ਘਟੀ, ਤਰਨਤਾਰਨ ਦੇ ਵਿੱਚ ਘਟੀ। ਮਤਲਬ ਇਹ ਨਹੀਂ ਕਹਿ ਸਕਦੇ ਕਿ ਸਾਰੇ ਪੰਜਾਬ ਦੇ ਵਿੱਚ ਅਮਨ ਅਮਾਨ ਨਾਲ ਜਿਹੜੇ ਹੈ ਵੋਟਾਂ ਜਿਹੜੀਆਂ ਕੀਤੀਆਂ ਗਈਆਂ, ਪਰ ਇਹ ਹੈ ਵੀ ਵਧੇਰੀ ਥਾਵਾਂ ਦੇ ਉੱਤੇ ਸ਼ਾਂਤੀ ਰਹੀ। ਕੁਝ ਇਲਾਕੇ ਸੀ ਜੋ ਅਤੀ ਸੰਵੇਦਨਸ਼ੀਲ ਸੀਗੇ, ਉਹਨਾਂ ਦੇ ਵਿੱਚ ਜਿਹੜੀ ਹੈ ਇਸ ਤਰ੍ਹਾਂ ਦੀ ਹਰਕਤਾਂ ਸਾਹਮਣੇ ਆਈਆਂ। ਇੱਥੇ 3 ਬੂਥਾਂ ਦੇ ਉੱਤੋਂ ਰਿਟਰਨਿੰਗ ਅਫਸਰ ਵੱਲੋਂ ਜਿਹੜਾ ਹੈ ਲਿਖ ਕੇ ਦਿੱਤਾ ਗਿਆ ਸੀਗਾ, ਕਿਉਂਕਿ ਰਾਜ ਕਮਿਸ਼ਨ ਨੂੰ ਇਸ ਬਾਰੇ ਦੱਸਿਆ ਗਿਆ ਕਿ ਇਹਨਾਂ ਬੂਥਾਂ ਦੇ ਉੱਤੇ ਇਹਨਾਂ ਦੇ ਵਿੱਚ ਨੁਕਸਾਨ ਹੋਇਆ, ਪਰ ਇਹ ਗੱਲ ਨਹੀਂ ਕਿਤੇ ਵੀ ਲਿਖੀ ਕਿ ਨੁਕਸਾਨ ਕਿਸ ਨੇ ਕੀਤਾ ਤੇ ਕਿਸ ਤਰ੍ਹਾਂ ਹੋ ਗਿਆ। ਨੁਕਸਾਨ ਤਾਂ ਜਿਹੜਾ ਹੈ ਦੱਸਿਆ ਗਿਆ, ਪਰ ਉਸ ਦਾ ਕਾਰਨ ਹਜੇ ਤੱਕ ਨਹੀਂ ਸਪਸ਼ਟ ਕੀਤਾ ਗਿਆ। ਜੇਕਰ ਉਹ ਕਾਰਨ ਨੁਕਸਾਨ ਦਾ ਹਿੱਸਾ ਹੈ ਤੇ ਉਹਨਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਸਜ਼ਾ ਮਿਲਣੀ ਚਾਹੀਦੀ ਹੈ ਜੋ ਲੋਕ ਇਸ ਦੇ ਪਿੱਛੇ ਨੇ, ਕਿਉਂਕਿ ਵੋਟਾਂ ਇੱਕ ਅਧਿਕਾਰ ਹੈ ਇੱਕ ਆਮ ਵਿਅਕਤੀ ਦਾ, ਔਰ ਜੇਕਰ ਇਸ ਤਰ੍ਹਾਂ ਦੇ ਰੁਝਾਨ ਬਣਦੇ ਰਹਿਣਗੇ ਤੇ ਲੱਗਦਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਵੋਟਾਂ ਪਾਉਣ ਲਈ ਨਿਕਲਣਾ ਬੰਦ ਕਰ ਦੇਣਗੇ। ਕਿਉਂਕਿ ਜੇਕਰ ਗੁੰਡਾ ਆਨਸਰ ਉੱਥੇ ਪਹੁੰਚ ਜਾਂਦੇ ਆ, ਕੁੱਟਮਾਰ ਕਰਦੇ ਆ, ਉਹ ਤਾਂ ਮੀਡੀਆ ਕਰਮੀਆਂ ਦੀ ਵੀ ਲਿਹਾਜ਼ ਨਹੀਂ ਕਰ ਰਹੇ ਸੀ, ਉਹਨਾਂ ਨੇ ਪੁਲਿਸ ਤੱਕ ਦੇ ਉੱਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਇਸ ਤਰ੍ਹਾਂ ਦਾ ਹੀ ਮਾਹੌਲ ਰਹੂਗਾ ਤੇ ਇਹ ਗੱਲ ਸੋਚਣ ਵਾਲੀ ਹੈ, ਵਿਸ਼ਾ ਵਿਚਾਰ ਕਰਨ ਵਾਲਾ ਹੈ ਕਿ ਲੋਕ ਅੱਗੇ ਤੋਂ ਵੋਟਾਂ ਪਾਉਣ ਲਈ ਆਪਣੇ ਘਰਾਂ ਤੋਂ ਆਪ ਨਿਕਲਣਗੇ ਕਿ ਨਹੀਂ ਨਿਕਲਣਗੇ, ਇਹ ਵੱਡਾ ਸਵਾਲ ਹੈ। ਜੀ ਅਨੁਰਾਗ, ਜਿਵੇਂ ਵੋਟਾਂ ਦੇ ਵਿੱਚ ਨਤੀਜੇ ਜੋ ਆ ਰਹੇ ਨੇ 17 ਨੂੰ ਆ ਰਹੇ ਨੇ ਫਰਵਰੀ ਦੇ, ਇਹ ਜੋ ਵੋਟਾਂ ਦੁਬਾਰਾ ਹੋਣ ਜਾ ਰਹੀਆਂ ਨੇ, ਅੱਜ ਜੋ ਵੋਟਾਂ ਪੈਣੀਆਂ ਨੇ, ਨਤੀਜਿਆਂ ਤੇ ਕੋਈ ਪ੍ਰਭਾਵ ਪਊਗਾ ਜਾਂ ਇਹਨਾਂ ਦੇ ਨਤੀਜੇ ਵੀ ਉਸੇ ਦਿਨ ਹੀ ਆਉਣਗੇ ਜਿਸ ਦਿਨ ਆਮ ਚੋਣਾਂ ਦੇ ਨਤੀਜੇ ਆ ਰਹੇ ਨੇ? ਜੀ ਇਹਨਾਂ ਦੇ ਵੀ ਨਤੀਜੇ ਕੱਲ ਮਤਲਬ 17 ਤਰੀਕ ਨੂੰ ਹੀ ਆ ਜਾਣਗੇ, ਕਿਉਂਕਿ ਇਸੇ ਲਈ ਇੱਕ ਦਿਨ ਪਹਿਲਾਂ ਹੀ ਕਰਾ ਦਿੱਤੀ ਗਈਆਂ ਨੇ। ਵੈਸੇ ਤਾਂ ਇਲੈਕਸ਼ਨ ਦਾ ਜ਼ਿਆਦਾਤਰ ਜਿਹੜਾ ਰੁਝਾਨ ਹੁੰਦਾ ਉਹ ਐਤਵਾਰ ਨੂੰ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਛੁੱਟੀ ਹੁੰਦੀ ਹੈ, ਲੋਕ ਆਪਣੀ ਵੋਟ ਜਿਹੜੀ ਹੈ ਉਸ ਦਾ ਇਸਤੇਮਾਲ ਕਰ ਸਕਣ। ਹੁਣ ਤੁਸੀਂ ਇਹ ਦੇਖੋ ਕਿ ਵੋਟ ਪ੍ਰਤੀਸ਼ਤ ਵੀ ਕਿਤੇ ਨਾ ਕਿਤੇ ਘਟੂਗਾ, ਕਿਉਂਕਿ ਅੱਜ ਛੁੱਟੀ ਨਹੀਂ ਹੋਏਗੀ, ਲੋਕ ਦੁਕਾਨਾਂ ਤੇ ਜਾਣਗੇ, ਦਫ਼ਤਰਾਂ ਦੇ ਵਿੱਚ ਜਾਣਗੇ ਤੇ ਉਹ ਵੋਟ ਨੂੰ ਅਹਿਮੀਅਤ ਨਹੀਂ ਦੇ ਪਾਉਣਗੇ। ਹਮੇਸ਼ਾ ਹੀ ਇਹ ਹੋਇਆ ਕਿ ਜਦੋਂ ਵੀ ਜਿਸ ਵਾਰਡ ਦੇ ਵਿੱਚ ਵੋਟਾਂ ਹੁੰਦੀਆਂ ਸ਼ਾਇਦ ਇੱਥੇ ਵੀ ਛੁੱਟੀ ਕੀਤੀ ਜਾਵੇ ਜਾਂ ਉਹਨਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ। ਉਮੀਦਵਾਰ ਦੀ ਜ਼ਿੰਮੇਵਾਰੀ ਵੱਧ ਜੂਗੀ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦਾ ਜਿਸ ਤਰ੍ਹਾਂ ਪਹਿਲਾਂ ਸੀ ਉਸ ਤਰ੍ਹਾਂ ਹੀ ਜ਼ਿੰਮੇਵਾਰੀ ਵੱਧ ਕੇ ਹੁਣ ਹੋ ਜੂਗੀ, ਕਿਉਂਕਿ ਸੰਵੇਦਨਸ਼ੀਲ ਇਲਾਕੇ ਮੰਨੇ ਗਏ ਆ ਔਰ ਜਿੱਥੇ ਇਸ ਤਰ੍ਹਾਂ ਦੀ ਹਰਕਤ ਹੋਈ ਆ ਉੱਥੇ ਹੀ ਦੁਬਾਰਾ ਵੋਟਾਂ ਹੋ ਰਹੀਆਂ। ਸੋ ਧਿਆਨ ਰੱਖਣ ਵਾਲੀ ਗੱਲ ਤਾਂ ਰਹੇਗੀ ਇਹ, ਪਰ ਜੇਕਰ ਕਹਿ ਲਈਏ ਕਿ ਵੋਟਾਂ ਸ਼ੁਰੂ ਹੋਣਗੀਆਂ, ਪ੍ਰਤੀਸ਼ਤ ਜ਼ਰੂਰ ਘਟੇਗਾ। ਜੀ ਬਹੁਤ ਬਹੁਤ ਧੰਨਵਾਦ ਅਨੁਰਾਗ ਇਸ ਜਾਣਕਾਰੀ ਦੇ ਲਈ। ਪਟਿਆਲਾ ਤੋਂ ਅਨੁਰਾਗ ਸ਼ਰਮਾ ਜਾਣਕਾਰੀ ਦੇ ਰਹੇ ਸਨ। 3 ਜਗ੍ਹਾ ਤੇ ਦੁਬਾਰਾ ਪੋਲਿੰਗ ਹੋਣ ਜਾ ਰਹੀ ਹੈ ਪਟਿਆਲਾ ਦੇ ਵਿੱਚ, ਜਿੱਥੇ ਵੱਖੋ ਵੱਖਰੇ ਕਾਰਨ ਰਹੇ ਨੇ, ਮਸ਼ੀਨਾਂ ਖਰਾਬ ਹੋ ਗਈਆਂ, ਕਈ ਜਗ੍ਹਾ ਤੇ ਹਿੰਸਾ ਵੀ ਹੋਈ ਸੀ। ਪੋਲਿੰਗ ਅਫਸਰਾਂ ਵੱਲੋਂ ਲਿਖਤੀ ਰੂਪ 'ਚ ਦਿੱਤਾ ਗਿਆ ਸੀ ਕਿ ਇੱਥੇ ਦੁਬਾਰਾ ਵੋਟਿੰਗ ਕਰਵਾਈ ਜਾਣੀ ਚਾਹੀਦੀ ਹੈ। ਸੋ ਪਟਿਆਲਾ ਦੇ ਵਿੱਚ 3 ਜਗ੍ਹਾ ਤੇ ਦੁਬਾਰਾ ਅੱਜ ਵੋਟਿੰਗ ਹੋਵੇਗੀ। ਨਤੀਜਿਆਂ ਦੇ ਦਿਨ ਤੇ ਕੋਈ ਪ੍ਰਭਾਵ ਨਹੀਂ ਪਏਗਾ, 17 ਨੂੰ ਹੀ ਇਸ ਦੇ ਨਤੀਜੇ ਵੀ ਆਉਣਗੇ। ਸੋ ਅਗਲੀ ਖਬਰ ਵੱਲ ਵਧਦੇ ਹਾਂ। ਸੋ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਗੁਰਦਾਸਪੁਰ ਦੇ ਵਿੱਚ ਕਾਂਗਰਸ ਤੇ ਨਿਸ਼ਾਨਾ ਸਾਧਿਆ ਗਿਆ। ਚੋਣਾਂ ਦੌਰਾਨ ਕਾਂਗਰਸ ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਗੁਰਬਚਨ ਸਿੰਘ ਬੱਬੇਹਾਲੀ ਨੇ ਇਲਜ਼ਾਮ ਲਗਾਏ ਨੇ ਕਿ ਕਾਂਗਰਸ ਦੁਆਰਾ ਇਹਨਾਂ ਵੋਟਾਂ ਦੇ ਵਿੱਚ ਧੱਕੇਸ਼ਾਹੀ ਕੀਤੀ ਗਈ ਹੈ। ਧੱਕੇਸ਼ਾਹੀ ਦੇ ਨਾਲ ਵੋਟਾਂ ਪਵਾਈਆਂ ਗਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਜਬਰੀ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ। ਕਿ ਜਿਹੜੀਆਂ ਕੱਲ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ ਗੁਰਦਾਸਪੁਰ, ਪਠਾਨਕੋਟ, ਦੀਨਨਗਰ, ਬਟਾਲੇ, ਉਹਦੇ ਵਿੱਚ ਸਰਕਾਰ ਦੇ ਜਿਹੜੇ ਕੈਂਡੀਡੇਟ ਸੀ ਕਾਂਗਰਸ ਦੇ ਤੇ ਐਮਐਲਏ ਵਜ਼ੀਰਾਂ ਨੇ ਪੂਰਾ ਧੱਕਾ ਕੀਤਾ। ਸਾਡੇ ਕੈਂਡੀਡੇਟ ਨੂੰ ਅੰਦਰ ਨਹੀਂ ਬਹਿਣ ਦਿੱਤਾ ਗਿਆ। ਜਿਹੜੇ ਮਰਜ਼ੀ ਦਾ ਸਟਾਫ ਲਵਾਇਆ ਉਹ ਜਾ ਕੇ ਅੰਦਰ ਸਾਡੇ ਕੈਂਡੀਡੇਟ ਨੂੰ ਬਾਹਰ ਕੱਢ ਦਿੰਦੇ ਸੀ ਤੇ ਮਰਜ਼ੀ ਨਾਲ ਉਹਨਾਂ ਬਟਨ ਨੱਪ ਕੇ ਜਾਲੀ ਵੋਟਾਂ ਪਾਈਆਂ ਨੇ। ਔਰ ਪਿੰਡਾਂ ਤੋਂ ਸੱਦ ਕੇ ਲੋਕਾਂ ਨੂੰ ਬਾਹਰ ਲੈਣ, ਜਿੰਨੇ ਵੋਟਾਂ ਹੈ ਨਹੀਂ ਉਹ ਉਹਨਾਂ ਲੋਕਾਂ ਨੇ ਵੋਟਾਂ ਪਾਈਆਂ ਨੇ। ਇਸ ਕਰਕੇ ਇਹ ਸਰਕਾਰ ਦੀ ਜਿਹੜੀ ਗੱਲ ਆ ਕਿ ਅਸੀਂ ਨਿਰਪੱਖ ਚੋਣਾਂ ਕਰਾਈਆਂ ਜਾਂ ਕਹਿ ਰਹੇ ਨੇ ਕਿ ਪੀਸਫੁਲੀ ਗੱਲ ਹੋਈ ਆ, ਤੇ ਉਹ ਗੱਲ ਸਿਰਫ ਲੋਕਾਂ ਵਿੱਚ ਦੱਸਣ ਵਾਸਤੇ ਅੱਜ ਤੁਹਾਨੂੰ ਖਿੱਚ ਦਿੱਤੀ ਆ ਕਿ ਜਿਹਦੇ ਸਬੂਤਾਂ ਵਜੋਂ ਵੇਖੋ ਆਹ ਕੈਂਡੀਡੇਟ ਸਾਡੀ ਜਸਬੀਰ ਕੌਰ ਆ, ਉਹ ਚੋਣ ਲੜ ਰਹੀ ਆ ਨਵੀਂਪੁਰ ਵੱਲੋਂ, ਕਲੋਨੀ ਆ ਉੱਥੇ, ਤੇ ਬੰਦਿਆਂ ਸਾਡਿਆਂ ਨੇ ਬੰਦਾ ਫੜਾਤਾ ਤੇ ਆਹ ਵੇਖੋ ਆ ਪੁਲਿਸ ਨੇ ਆ ਕੇ ਛਡਾਤਾ। ਇਸੇ ਤਰ੍ਹਾਂ ਹੀ ਆ ਇੱਕ ਮੂਵੀ ਬਣਾਈ ਆ ਜਿਹਦੇ ਵਿੱਚ ਇਹ ਹੱਲੇ ਚਾਹੀਏ ਦਾ ਸਰਪੰਚ ਆ ਤੇ ਉਹਨੇ ਆਣ ਕੇ ਵੋਟਾਂ ਪਾਈਆਂ ਤੇ ਕਰੋਨਾ ਦਾ ਬਹਾਨਾ ਲਾ ਕੇ, ਹੁਣ ਕਰੋਨਾ ਤੇ ਕਿ ਲੱਭਦਾ ਨਹੀਂ, ਮੂੰਹ ਬੰਨਣ ਦੀ ਕੀ ਲੋੜ ਆ? ਤੇ ਜੇ ਬੰਨਣਾ ਤੇ ਉਹ ਪੋਲਿੰਗ ਬੂਥ ਤੇ ਹੋਰ ਕਿਸੇ ਨੇ ਬੰਨਿਆ, ਉਹਨੇ ਇਕੱਲੇ ਨੇ ਬੰਨਿਆ। ਇਹ ਹਲੇ ਚਾਹੀਦਾ ਸਰਪੰਚ ਆ, ਇਹ ਜਾ ਕੇ ਜਾਲੀ ਵੋਟਾਂ ਪਾਉਣ ਡਿਆ।
ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਸੀਨੀਅਰ ਨੇਤਾ ਨੇ, ਉਹਨਾਂ ਨੇ ਸਾਰੇ ਬਿਆਨ ਸੋਚ ਸਮਝ ਕੇ ਦੇਣੇ ਚਾਹੀਦੇ ਨੇ। ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਵੱਲੋਂ ਲਾਏ ਗਏ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਹੈ। ਬਰਾੜ ਨੇ ਕਿਹਾ ਕਿ ਬ੍ਰਹਮਪੁਰਾ ਸਾਹਿਬ ਦਾ ਇਹ ਆਰੋਪ ਬੇਬੁਨਿਆਦ ਹੈ ਕਿ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਨਹੀਂ ਕੀਤਾ, ਜਦਕਿ ਸੱਚਾਈ ਹੈ ਕਿ ਬੀਜੇਪੀ ਨੇ ਉਹਨਾਂ ਨਾਲ ਧੋਖਾ ਕੀਤਾ ਹੈ। ਹਰਸਿਮਰਤ ਕੌਰ ਬਾਦਲ ਨੂੰ ਕਿਹਾ ਗਿਆ ਸੀ ਕਿ ਖੇਤੀ ਕਾਨੂੰਨਾਂ ਦੀਆਂ ਖਾਮੀਆਂ ਠੀਕ ਕਰ ਦੇਵਾਂਗੇ, ਪਰ ਜਦੋਂ ਨਹੀਂ ਕੀਤੀਆਂ ਗਈਆਂ ਤਾਂ ਪਾਰਟੀ ਨੇ ਬੀਜੇਪੀ ਨਾਲੋਂ ਨਾਤਾ ਤੋੜ ਲਿਆ। ਸ਼੍ਰੋਮਣੀ ਅਕਾਲੀ ਦਲ ਤੇ ਖੇਤੀ ਕਾਨੂੰਨਾਂ ਦਾ ਸ਼ੁਰੂ ਤੋਂ ਹੀ ਵਿਰੋਧ ਕੀਤਾ ਗਿਆ ਹੈ। ਦੂਜੇ ਪਾਸੇ ਚੋਣਾਂ ਦੀ ਗੱਲ ਕਰਦੇ ਹੋਏ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਤੇ ਜੰਮ ਕੇ ਉਹਨਾਂ ਨੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਅਕਾਲੀ ਦਲ ਦੇ 500 ਉਮੀਦਵਾਰਾਂ ਦੇ ਚੋਣ ਪੱਤਰ ਗੁੰਡਾਗਰਦੀ ਕਰਦੇ ਹੋਏ ਰੱਦ ਕੀਤੇ ਗਏ ਨੇ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਤੇ ਨਿਰਪੱਖ ਚੋਣਾਂ ਨਾ ਕਰਵਾਉਣ ਦੇ ਇਲਜ਼ਾਮ ਵੀ ਲਗਾਏ ਨੇ। मैं समझदा कि ब्रह्मपुरा साहब बड़े सीनियर ने, मैं उन्होंने खिलाफ कोई बहुती गल करनी तो नहीं चाहता, पर जिस किस्म के एलीगेशन लाए है कि बीबा हरसिमरत कौर बादल ਜਿਹੜੇ ਹੈਗੇ ਆ ਉਹਨਾਂ ਨੇ 1.5 ਪੇਜ ਦਾ ਡਿਸਾਈਡਿੰਗ ਨੋਟ ਜਿਸ ਦਿਨ ਉਹਨਾਂ ਕੋਲੇ ਮਹਿਕਮਾਨਾ ਤੌਰ ਤੇ ਫਾਈਲ ਆਈ ਉਦੋਂ ਵੀ ਕੀਤਾ। ਜਿਸ ਦਿਨ ਕੈਬਨਿਟ ਦੇ ਵਿੱਚ ਆਏ 3 ਵਜ਼ੀਰਾਂ ਨੂੰ ਪ੍ਰੈਸ ਕਾਨਫਰੰਸ ਤਾਂ ਹੀ ਕਰਨੀ ਪਈ, ਉਹਨਾਂ ਨੇ ਰਿਕਾਰਡ ਤੇ ਆ ਬੋਲਿਆ ਕਿ ਮੈਡਮ ਹਰਸਿਮਰਤ ਕੌਰ ਬਾਦਲ ਨੇ ਇਹ ਖਦਸ਼ੇ ਜ਼ਾਹਰ ਕੀਤੇ ਆ। ਉਸ ਵੇਲੇ ਵੀ ਕੀਤਾ। ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਜਦੋਂ ਐਕਟ ਬਣਨੇ ਆ ਲੋਕ ਸਭਾ ਦੇ ਵਿੱਚ ਉਦੋਂ ਅਮੈਂਡਮੈਂਟ ਕਰ ਲਈ ਜਾਵੇਗੀ, ਤੇ ਜਦੋਂ ਲੋਕ ਸਭਾ ਦੇ ਵਿੱਚ ਐਕਟ ਬਣਨ ਲਈ ਨਹੀਂ ਸਾਡੀ ਸੁਣਵਾਈ ਹੋਈ ਤੇ ਅਸੀਂ ਠੋਕ ਕੇ ਉਹਦਾ ਵਿਰੋਧ ਵੀ ਕੀਤਾ, ਰਿਜ਼ਾਈਨ ਵੀ ਕੀਤਾ ਔਰ ਪਾਰਟੀ ਦੇ ਨਾਲੋਂ ਅਲਾਈਅੰਸ ਵੀ ਤੋੜਿਆ। ਇਸ ਤੋਂ ਵੱਧ ਹੋਰ ਕੀ ਕੀਤਾ ਜਾ ਸਕਦਾ? ਸਾਰੇ ਹਿੰਦੁਸਤਾਨ 'ਚ ਜੇ ਖੇਤੀ ਕਾਨੂੰਨਾਂ ਦੇ ਉੱਤੇ ਜੇ ਕਿਸੇ ਪਾਰਟੀ ਨੇ ਸੈਕਰੀਫਾਈ ਕੀਤਾ ਤੇ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਇੱਕ ਗੱਲ। ਦੂਜੀ ਗੱਲ ਮੈਂ ਕਰਾਂ ਕਿ ਬ੍ਰਹਮਪੁਰਾ ਸਾਹਿਬ, ਇਹ ਮੈਂ ਬੇਨਤੀ ਕਰ ਸਕਦਾ ਕਿ ਇਹ ਤੁਸੀਂ ਕਿੱਥੋਂ ਦੇ ਧਰਮਰਾਜ ਆ ਗਏ ਕਿ ਕਿਹਨੂੰ ਨਰਕਾਂ ਤੇ ਕਿਹਦੀਆਂ ਸੁਰਗਾਂ ਦੀਆਂ ਗੱਲਾਂ ਕਰੀ ਜਾਂਦੇ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਸ਼ਖਸੀਅਤ ਹੈ ਜਿਹੜੇ ਖੁਦ 5 ਵਾਰੀ ਮੁੱਖ ਮੰਤਰੀ ਬਣੇ ਤੇ ਤੁਸੀਂ ਉਹਨਾਂ ਦੇ ਸਹਾਰੇ ਦੇ ਨਾਲ ਬੜੀਆਂ ਵੱਡੀਆਂ ਪਦਵੀਆਂ ਹਾਸਲ ਕੀਤੀਆਂ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜਦੋਂ ਇਕੱਠੇ ਚੱਲੇ ਹੋਈਏ ਤੇ ਇਸ ਕਿਸਮ ਦੀਆਂ ਛੋਟੀਆਂ ਤੇ ਨੀਵੇਂ ਪੱਧਰ ਦੀਆਂ ਗੱਲਾਂ ਕਰਨੀਆਂ। ਇਹ ਰੱਬ ਦੇ ਵੱਸ ਹੈ, ਕਿਹਨੇ ਕਿੱਥੇ ਰਹਿਣਾ, ਕਿੱਥੇ ਕਿਹਨੇ ਨਹੀਂ ਰਹਿਣਾ। ਤੇ ਇਹ ਮੈਂ ਤਾਂ ਇੱਕੋ ਹੀ ਕਹੂੰਗਾ ਕਿ ਪੋਲੀਟੀਕਲੀ ਇੱਕ ਜਿਸ ਕਿਸਮ ਦੇ ਹਾਲਾਤ ਬ੍ਰਹਮਪੁਰਾ ਸਾਹਿਬ ਦੇ ਬਣੇ ਹੋਏ ਆ ਉਹਨਾਂ ਦੇ ਉੱਤੇ ਇੱਕ ਕਿਸਮ ਦੀ ਇਹ ਜੀ ਖਟਾਸ ਕਰਨੀ, ਇਹ ਜੀਆਂ ਗੱਲਾਂ ਕਰਨੀਆਂ ਬੁਖਲਾਟ ਦਾ ਹੀ ਨਤੀਜਾ। ਦੇਖੋ 500 ਦੇ ਕਰੀਬ ਸਾਡੀ ਪਾਰਟੀ ਦੇ ਪਹਿਲਾਂ ਚੋਣ ਜਿਹੜੇ ਪੱਤਰ ਸੀਗੇ ਉਮੀਦਵਾਰਾਂ ਦੇ ਉਹ ਰੱਦ ਕੀਤੀ ਹੈ। ਔਰ ਕੱਲ ਮੈਂ ਨਹੀਂ ਕਹਿੰਦਾ, ਤੁਹਾਡੇ ਮੀਡੀਆ ਨੇ ਸੈਂਕੜੇ ਥਾਂ ਤੇ ਜੋ ਕੁਝ ਧੱਕੇਸ਼ਾਹੀ ਹੋਈ ਹੈ, ਜਿਸ ਕਿਸਮ ਦੇ ਬੂਥਾਂ ਤੇ ਕਬਜ਼ੇ ਹੋਏ ਹੈ, ਕੁੱਟਮਾਰ ਹੋਈ ਹੈ, ਫਾਇਰਿੰਗ ਤੱਕ ਹੋਈ ਹੈ, ਇਹ ਤੁਹਾਡੇ ਸਾਰਾ ਕੁਝ ਸਾਹਮਣੇ ਹੈ। ਤੇ ਜੇ ਉਸ ਦੇ ਬਾਵਜੂਦ ਵੀ ਇਲੈਕਸ਼ਨ ਕਮਿਸ਼ਨ ਨੂੰ ਸਿਰਫ ਇਹੀ 3 ਥਾਂ ਦਿਖੇ ਹੈ ਜਿਹੜੇ ਕਿ ਸਮਾਣਾ ਦੇ ਵਿੱਚ ਜਾਂ ਪਾਤੜਾਂ ਦੇ ਵਿੱਚ, ਤੇ ਬਾਕੀ ਦੇ ਥਾਂ ਤੇ ਬੂਥਾਂ ਤੇ ਕਬਜ਼ੇ ਜਾਂ ਕੋਈ ਹੋਰ ਗੱਲਾਂ ਨਹੀਂ ਦਿਖੀਆਂ। ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਕਾਂਗਰਸ ਪਾਰਟੀ ਦੇ ਦਫ਼ਤਰ ਵਾਂਗ ਚੱਲ ਰਿਹਾ ਔਰ ਕੋਈ ਇਜਾਜ਼ਾਨਾ ਤੌਰ ਤੇ ਇਲੈਕਸ਼ਨ ਜਿਹੜੀ ਹੈ ਸਿਰੇ ਚੜਾ ਨਹੀਂ ਸਕੇ ਔਰ ਬਿਲਕੁਲ ਨਾਕਾਮ ਰਹੇ ਹੈ। ਔਰ ਇਹ ਹੁਣ ਤਿੰਨਾਂ ਨਾਲ ਕੀ ਫਰਕ ਪੈਣਾ ਤੇ ਕੀ ਨਹੀਂ ਪੈਣਾ, ਇਸ ਕਰਕੇ ਇਹ ਚਾਹੀਦਾ ਤਾਂ ਇਹ ਜਿੱਥੇ ਰੱਦ ਹੋਇਆ ਜਾਂ ਤਾਂ ਸਾਰੇ ਉਹ ਵੀ ਬਹਾਲ ਕਰਕੇ ਦੁਬਾਰਾ ਇਲੈਕਸ਼ਨ ਕਰਾਉਣ, ਜਾਂ ਜਿੱਥੇ ਜਿੱਥੇ ਰੌਲਾ ਪਿਆ ਸਾਰੇ ਥਾਂ ਕਰਾਉਣ, ਫਿਰ ਤਾਂ ਕੋਈ ਗੱਲ ਬਣ ਸਕਦੀ ਹੈ, ਵਰਨਾ ਤਿੰਨਾਂ ਨਾਲ ਕੀ ਫਰਕ ਪੈਣਾ। ਪਰਮਾਤਮਾ ਤੋਂ ਡਰ ਕੇ ਕਹਿਣੇ ਆ ਕਿ ਜਿੱਥੇ ਧੱਕਾ ਨਹੀਂ ਹੋਇਆ, ਜਿੱਥੇ ਲੋਕਾਂ ਨੇ ਵੋਟ ਕਾਸਟ ਬਿਨਾਂ ਡਰ ਖੌਫ ਤੇ ਕੀਤੀ ਆ, ਉੱਥੇ ਅਸੀਂ ਸਾਰੇ ਜਗ੍ਹਾ ਜਿੱਤਾਂਗੇ। ਵਰਨਾ ਜਦੋਂ ਵੈਸੇ ਸਰਕਾਰ ਨੇ ਲੁੱਟਣ ਦਾ ਹੀ ਮਨ ਬਣਾਇਆ ਸੀ ਪੁਲਿਸ ਦੀ ਮਦਦ ਨਾਲ, ਤੇ ਖੁਦ ਤੁਸੀਂ ਸਾਰਾ ਦਿਨ ਦੇਖਿਆ ਕਿਸ ਤਰ੍ਹਾਂ ਸਾਰਾ ਦਿਨ ਡੰਡੇ ਦਾ ਤਾਂਡਵ ਚੱਲਿਆ। ਉਹਦੇ ਆਧਾਰ ਤੇ ਜਦੋਂ ਪੋਲਿੰਗ ਏਜੰਟਾਂ ਨੂੰ ਬਾਹਰ ਕੱਢ ਕੇ ਆਪ ਹੀ ਵੋਟਾਂ ਪਾ ਰਹੇ ਸੀ, ਤਾਂ ਉਹਦੇ 'ਚ ਕੀ ਰਿਜ਼ਲਟ ਆਪਾਂ ਉਹਨੂੰ ਸਹੀ ਗਿਣੀਏ ਕੀ ਗਲਤ ਗਿਣੀਏ। ਬਾਕੀ 17 ਤਰੀਕ ਨੂੰ ਜੋ ਰਿਜ਼ਲਟ ਆਏਗਾ ਤੁਹਾਡੇ ਸਾਹਮਣੇ ਆ ਜਾਏਗਾ। ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਇਸ ਇਲੈਕਸ਼ਨ ਦੇ ਵਿੱਚ ਸਰਕਾਰ ਦੀ 4 ਸਾਲ ਦੀ ਕਾਰਜਕਾਰੀ ਜਿਹੜੀ ਹੈ ਉਹਦਾ ਲੇਖਾ ਜੋਖਾ ਲੋਕੀ ਕਰਨਗੇ, ਔਰ ਇਸ ਗੱਲ ਦਾ ਵੀ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਜਨਤਾ ਇਸ ਸਰਕਾਰ ਦੀ ਨੌਨ ਗਵਰਨੈਂਸ ਕਰਕੇ, ਪੂਅਰ ਪਰਫਾਰਮੈਂਸ ਕਰਕੇ, ਥੱਲੇ ਲਾਅ ਐਂਡ ਆਰਡਰ ਦੀ ਮਾੜੀ ਹਾਲਤ ਕਰਕੇ, ਵੱਡੇ ਸਕੈਂਡਲ ਕਰਕੇ ਔਰ ਵਾਅਦੇ ਨਾ ਪੂਰੇ ਕਰਨ ਕਰਕੇ ਬਹੁਤ ਬੁਰੀ ਹਾਲਤ ਹੈ। ਇਸੇ ਲਈ ਸਰਕਾਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਇੰਨਾ ਡਰ ਰਹੀ ਸੀ ਕਿ ਉਹਨਾਂ ਨੇ ਸਾਰੇ ਨਿਯਮਾਂ ਦੀਆਂ, ਕਾਨੂੰਨਾਂ ਦੀਆਂ ਧੱਜੀਆਂ ਉਡਾਤੀਆਂ ਤੇ ਇੱਕੋ ਹੀ ਮਕਸਦ ਰੱਖਿਆ ਕਿ ਕਿਸੇ ਤਰੀਕੇ ਭਾਵੇਂ ਡਾਂਗਾ ਮਾਰ ਕੇ, ਭਾਵੇਂ ਬੂਥ ਕੈਪਚਰਿੰਗ ਕਰਕੇ, ਭਾਵੇਂ ਨੋਮੀਨੇਸ਼ਨ ਰੱਦ ਕਰਕੇ, ਭਾਵੇਂ ਵੋਟਾਂ ਗਲਤ ਤਰੀਕੇ ਨਾਲ ਸ਼ਿਫਟ ਕਰਕੇ ਇਲੈਕਸ਼ਨਾਂ ਜਿੱਤੀਆਂ ਜਾਣ।
ਪਰ ਫਿਰ ਵੀ ਮੈਂ ਸਮਝਦਾ ਕਿ ਜਿੰਨਾ ਲੋਕਾਂ ਦਾ ਰੋਹ ਸੀ, ਇਹਨਾਂ ਦੇ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜਿੱਥੇ ਕਿਤੇ ਵੀ ਫੇਰ ਇਲੈਕਸ਼ਨ ਹੋਈ ਹੈ ਉੱਥੇ ਕਾਂਗਰਸ ਨੂੰ ਮਾਰ ਖਾਣੀ ਪਈ। ਭਿੱਖੀਵਿੰਡ 'ਚ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਆ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਨੇ ਕਾਂਗਰਸ ਤੇ ਗੁੰਡਾਗਰਦੀ ਤੇ ਜਾਲੀ ਵੋਟਾਂ ਪਾਉਣ ਦੇ ਇਲਜ਼ਾਮ ਲਗਾਏ ਨੇ। ਇੱਥੇ ਬਸ ਨੇ ਵਲਟੋਆ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਹਾਰ ਤੋਂ ਬਖਲਾਹਟ ਕਾਰਨ ਕਾਂਗਰਸ ਨੇ ਜਾਲੀ ਵੋਟਾਂ ਪਾਉਣ ਵਰਗਾ ਘਿਨੌਣਾ ਕਾਰਾ ਕੀਤਾ ਹੈ, ਜਿਸ ਦੇ ਰੋਜ਼ ਵੱਲੋਂ ਭਿੱਖੀਵਿੰਡ ਦੀ ਦੁਕਾਨਦਾਰ ਐਸੋਸੀਏਸ਼ਨ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਬੀਤੇ ਕੱਲ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਹੋਈਆਂ ਨੇ। ਜਿਸ ਤਰ੍ਹਾਂ ਦਾ ਇੱਥੇ ਮਾਹੌਲ ਸਿਰਜਿਆ ਗਿਆ, ਜਿਸ ਤਰ੍ਹਾਂ ਇੱਥੇ ਕਾਂਗਰਸੀ ਦੀਆਂ ਧਾੜਾਂ ਨੇ ਆ ਕੇ ਪੁਲਿਸ ਦੀ ਮਦਦ ਦੇ ਨਾਲ ਇਹ ਸਿੱਧੇ ਰੂਪ 'ਚ ਕਹਿ ਰਹੀ ਏ ਕਿ ਪੁਲਿਸ ਨੇ ਇੱਥੇ ਬੂਥਾਂ ਤੇ ਕਬਜ਼ੇ ਕਰਵਾਏ, ਪੁਲਿਸ ਨੇ ਕਾਂਗਰਸੀਆਂ ਦੀਆਂ ਧਾੜਾਂ ਲਿਆਣ ਕੇ ਜਾਲੀ ਵੋਟਾਂ ਪਵਾਈਆਂ। ਇਹ ਤਮਾਸ਼ਾ ਅਸੀਂ ਨਹੀਂ ਇਕੱਲਿਆਂ ਦੇਖਿਆ, ਭਿੱਖੀਵਿੰਡ ਦੇ ਵਾਸੀਆਂ ਨੇ ਦੇਖਿਆ ਹੈ। ਔਰ ਭਿੱਖੀਵਿੰਡ ਦੇ ਵਾਸੀਆਂ ਨੇ ਉਹ ਵੀ ਦਿਖਾਣ ਦੇਖੇ ਨੇ ਜਦੋਂ ਭਿੱਖੀਵਿੰਡ ਦੀਆਂ ਨੂੰਹਾਂ ਤੇ ਧੀਆਂ ਨੂੰ ਇੱਥੇ ਕਾਂਗਰਸੀ ਗੁੰਡਿਆਂ ਨੇ ਧੱਕੇ ਮਾਰੇ, ਉਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ, ਉਹਨਾਂ ਦੀ ਖਿੱਚ ਧੂ ਕੀਤੀ ਹੈ। ਤੇ ਔਰ ਇੰਨੇ ਹੰਕਾਰੇ ਹੋਏ ਸੀ ਪੁਲਿਸ ਦੀ ਸ਼ਹਿ ਨਾਲ ਕਿ ਸ਼ਰੇਆਮ ਜਿਹੜੇ ਅਕਾਲੀ ਵਰਕਰਾਂ ਦੇ ਉੱਤੇ ਹਮਲੇ ਕੀਤੇ ਗਏ, ਬਦਮਾਸ਼ੀ ਕੀਤੀ ਗਈ। ਮੈਂ ਕਾਂਗਰਸੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਅੱਜ ਤੇ ਤੁਸੀਂ ਪੁਲਿਸ ਦੀ ਮਦਦ ਦੇ ਨਾਲ ਬੂਥਾਂ ਤੇ ਕਬਜ਼ੇ ਕਰਕੇ ਜਾਲੀ ਵੋਟਾਂ ਪਵਾ ਕੇ ਇਹ ਨਿੱਕੀਆਂ ਜਿਹੀਆਂ ਚੋਣਾਂ ਤੇ ਜਿੱਤ ਲਓਗੇ, ਪਰ ਇਹ ਤੁਹਾਡੀ ਜਿੱਤ ਨਹੀਂ, ਇਹ ਬੜੀ ਵੱਡੀ ਹਾਰ ਹੈ ਤੇ ਭਿੱਖੀਵਿੰਡ ਵਾਸੀਆਂ ਦੀ ਬਹੁਤ ਵੱਡੀ ਜਿੱਤ ਹੈ। ਔਰ ਨਾਲ ਹੀ ਕਿ 2022 ਤੁਹਾਨੂੰ ਕੌਣ ਜਿਤਾਊ। ਦੇਖੋ ਜੀ ਨੇ ਬੀਤੇ ਕੱਲ ਪੁਲਿਸ ਦੀ ਧੱਕੇਸ਼ਾਹੀ ਤੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਚੰਦ ਗਰਗ ਐਸਐਸਪੀ ਦਫ਼ਤਰ ਪਹੁੰਚੇ, ਜਿੱਥੇ ਉਹਨਾਂ ਨੇ ਕਿਹਾ ਕਿ ਕੌਂਸਲ ਚੋਣਾਂ ਵਿੱਚ ਕਾਂਗਰਸ ਤੇ ਪੁਲਿਸ ਨੇ ਬਹੁਤ ਧੱਕੇਸ਼ਾਹੀ ਕੀਤੀ ਹੈ। ਇਸ ਸੰਬੰਧ ਦੇ ਵਿੱਚ ਉਹਨਾਂ ਨੇ ਭਵਾਨੀਗੜ੍ਹ ਦੇ ਐਸਐਚਓ ਤੇ ਵੀ ਗੰਭੀਰ ਆਰੋਪ ਲਗਾਏ ਨੇ। ਗਰਗ ਨੇ ਕਿਹਾ ਕਿ ਐਸਐਚਓ ਨੇ ਕਾਨੂੰਨ ਤੋੜ ਕੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਦਾ ਸਹਿਯੋਗ ਕੀਤਾ ਹੈ। ਉਹਨਾਂ ਨੇ ਐਸਐਚਓ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਵਰਕਰਾਂ ਨੇ ਬਹੁਤ ਹੀ ਆਊਟਸਾਈਡਰ ਬੰਦੇ ਬਾਹਰਲੇ ਬੁਲਾ ਕੇ ਜੋ ਹੜਦੰਗ ਮਚਾਇਆ, ਜਿਸ ਤਰ੍ਹਾਂ ਪੋਲਿੰਗ ਬੂਥਾਂ ਤੇ ਕਬਜ਼ੇ ਕੀਤੇ ਨੇ ਤੇ ਉੱਥੇ ਜਿੱਥੇ ਜਾਲੀ ਵੋਟਾਂ ਪਾਈਆਂ ਨੇ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਉੱਥੇ ਸਾਡੇ ਕੈਂਡੀਡੇਟ ਦੀ ਕੁੱਟਮਾਰ ਕੀਤੀ ਹੈ। ਬਹੁਤ ਬੁਰੀ ਤਰ੍ਹਾਂ ਉਹ ਕੁੱਟਿਆ ਤੇ ਉਸ ਦੀ ਪੱਗ ਵੀ ਲਾਤੀ ਤੇ ਉਹਦਾ ਮਤਲਬ ਜਿਹੜਾ ਹੈ ਬਹੁਤ ਬੁਰੀ ਤਰ੍ਹਾਂ ਜ਼ਲੀਲ ਕੀਤਾ। ਤੇ ਪੁਲਿਸ ਨੇ ਉਹਨੂੰ ਪ੍ਰੋਟੈਕਟ ਕਰਨ ਦੀ ਬਜਾਏ ਕਿ ਜਿਹੜੇ ਗੁੰਡਾ ਲੋਕ ਨੇ, ਜਿਹੜੇ ਬਾਹਰੋਂ ਆਏ ਬੰਦੇ ਨੇ, ਉਹਨਾਂ ਨੂੰ ਕੋਈ ਸਜ਼ਾ ਦੇਣ ਦੀ ਬਜਾਏ ਬਲਕਿ ਸਾਡਾ ਜਿਹੜਾ ਕੈਂਡੀਡੇਟ ਸੀਗਾ ਉਸ ਨੂੰ ਉੱਤੇ ਧੂ ਕੇ ਘੜੀਸ ਕੇ ਉਸ ਨੂੰ ਜਿਹੜਾ ਹੈ ਉਹਦੇ ਲਾਠੀਆਂ ਮਾਰ ਕੇ ਉਹਨੂੰ ਉਹਦੇ 'ਚ ਸਿੱਟਿਆ ਗੱਡੀ 'ਚ ਤੇ ਲਿਆ ਕੇ ਉਹਨੂੰ ਥਾਣੇ 'ਚ ਡੱਕਤਾ। ਰਾਤ ਅਸੀਂ ਪ੍ਰੋਟੈਸਟ ਕੀਤਾ, 9 ਵਜੇ ਅਸੀਂ ਪ੍ਰੋਟੈਸਟ ਤੇ ਤੱਕ ਬੈਠੇ ਰਹੇ ਹਾਂ। ਐਸਪੀ ਡੀ ਨੇ ਜਾ ਕੇ ਇਹ ਭਰੋਸਾ ਦਿੱਤਾ ਕਿ ਮੈਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੂੰਗਾ ਔਰ ਜਿਹੜੇ ਬੰਦਿਆਂ ਨੇ ਵੀ ਬਾਹਰਲੇ ਆਏ ਨੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ। ਜਿਹੜੇ ਕੱਲ੍ਹ ਦਾ ਇਲੈਕਸ਼ਨ ਹੋਇਆ ਹੈਗਾ ਬੜੀ ਪੀਸਫੁਲੀ ਔਰ ਬੜੇ ਅਮਨ ਅਮਾਨ ਦੇ ਨਾਲ ਹੋਇਆ। ਇਹਦੇ ਵਿੱਚ ਕੁਝ ਵਰਬਲ ਕੁਝ ਲੋਕਾਂ ਨੇ ਕੋਈ ਕੰਪਲੇਂਟ ਕੀਤੀ ਹੈਗੀ ਹੈ, ਬਟ ਕੋਈ ਵੀ ਹਜੇ ਤੱਕ ਸਾਡੇ ਪਾਸ ਰਿਟਨ ਕੰਪਲੇਂਟ ਕਿਸੇ ਵੀ ਪਾਸਿਓਂ ਨਹੀਂ ਆਈ ਹੈ। ਸਰ, ਜਿਵੇਂ ਕੁੱਟਮਾਰ ਦੀ ਜਿਹਨੇ ਘਟਨਾਵਾਂ ਆਈਆਂ ਨੇ ਉਹਨਾਂ ਸੰਬੰਧੀ ਕੋਈ ਤੁਹਾਡੇ ਕੋਲ ਕੰਪਲੇਂਟ ਆਈ ਹੋਵੇ ਭਵਾਨੀਗੜ੍ਹ ਵਗੈਰਾ? ਮੇਰੇ ਕੋਲ ਹਜੇ ਤੱਕ ਭਵਾਨੀਗੜ੍ਹ ਦੇ ਕੋਈ ਵੀ ਕੰਪਲੇਂਟ ਰਿਟਨ ਦੇ ਵਿੱਚ ਕੁਛ ਵੀ ਨਹੀਂ ਆਇਆ ਹੈ ਹਜੇ ਤੱਕ। ਫਿਰ ਵੀ ਤੁਸੀਂ ਜਾਂਚ ਕਰੋਗੇ? ਆਪਾਂ ਜਿੱਦਾਂ ਹੀ ਸਾਡੇ ਪਾਸ ਕੋਈ ਵੀ ਕੰਪਲੇਂਟ ਆਉਂਦੀ ਹੈ ਜਾਂ ਕੋਈ ਵੀ ਇੱਦਾਂ ਦਾ ਕੋਈ ਇਸ਼ੂ ਸਾਡੇ ਨੋਟਿਸ ਵਿੱਚ ਆਉਂਦਾ ਹੈਗਾ, ਕੱਲ੍ਹ ਵੀ ਉੱਥੇ ਐਸਪੀ ਸਾਹਿਬ ਦੀ ਡਿਊਟੀ ਲੱਗੀ ਹੋਈ ਸੀ, ਉਹ ਆਪ ਜਾ ਕੇ ਉਹਨੇ ਮੌਕੇ ਜਾ ਕੇ ਵੈਰੀਫਾਈ ਕੀਤਾ। ਜੇ ਹੋਰ ਵੀ ਕੋਈ ਸਾਡੇ ਸਾਹਮਣੇ ਤੱਥ ਆਉਂਦੇ ਨੇ ਤਾਂ ਆਪਾਂ ਅਕੋਰਡਿੰਗ ਟੂ ਦੇ ਉੱਪਰ ਐਕਸ਼ਨ। ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਤੇ ਹੁਣ ਪਹਿਲਾਂ ਨਾਲੋਂ 50 ਰੁਪਏ ਜ਼ਿਆਦਾ ਕੀਮਤ ਸਿਲੰਡਰ ਦੀ ਚੁਕਾਉਣੀ ਪਵੇਗੀ। ਜੀ ਹਾਂ, ਤੇਲ ਕੰਪਨੀਆਂ ਵੱਲੋਂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਨਵੇਂ ਰੇਟ ਅੱਜ ਤੋਂ ਲਾਗੂ ਹੋ ਰਹੇ ਨੇ ਤੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਹੁਣ 769 ਰੁਪਏ ਤੱਕ ਪਹੁੰਚ ਗਈ ਹੈ। ਉਧਰ ਪੈਟਰੋਲ ਤੇ ਡੀਜ਼ਲ ਦੀ ਗੱਲ ਕਰੀਏ ਤਾਂ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਪੈਟਰੋਲ 26 ਪੈਸੇ ਅਤੇ ਡੀਜ਼ਲ ਦੀ ਕੀਮਤ ਦੇ ਵਿੱਚ 29 ਪੈਸੇ ਪ੍ਰਤੀ ਲੀਟਰ ਦੇ ਵਿੱਚ ਵਾਧਾ ਹੋਇਆ, ਜਿਸ ਦੇ ਨਾਲ ਰਾਜਧਾਨੀ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 88 ਰੁਪਏ 99 ਪੈਸੇ ਤੇ
ਡੀਜ਼ਲ ਦੀ ਕੀਮਤ 79 ਰੁਪਏ 35 ਪੈਸੇ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਪੈਟਰੋਲ ਜਿਹੜਾ ਸੀ 57 ਰੁਪਏ ਸੀ ਤੇ ਕਿਤੇ ਅੱਜ ਸਰਕਾਰ ਮੋਦੀ ਸਰਕਾਰ ਆਉਣ ਨਾਲ 90 ਰੁਪਏ ਦਾ ਹੋ ਗਿਆ। ਠੀਕ ਹੈ, ਡੀਜ਼ਲ ਕਿਤੇ 35 ਸੀ, ਅੱਜ 80-85 ਰੁਪਏ ਦੇ ਲਗਭਗ ਡੀਜ਼ਲ ਵੀ ਹੋ ਚੁੱਕਿਆ ਹੈ। ਠੀਕ ਹੈ, ਰਾਸ਼ਨ ਬਹੁਤ ਮਹਿੰਗਾ ਹੈ, ਮਜ਼ਦੂਰ ਬੰਦਾ ਤਾਂ ਕੁਝ ਕਰ ਵੀ ਨਹੀਂ ਸਕਦਾ। ਜੇ ਮਜ਼ਦੂਰ ਬੰਦਾ ਉੱਤੇ ਧਰਨੇ ਤੇ ਜਾ ਕੇ ਬਹਿੰਦਾ, ਉਹਨਾਂ ਦੇ ਘਰ ਨਹੀਂ ਚੱਲਦੇ। ਡੀਜ਼ਲ ਤੇ ਪੈਟਰੋਲ ਦੇ ਰੇਟ ਦੇ ਵਿੱਚ ਵਾਧਾ ਹੋਇਆ ਹੈ। ਇਕੱਲੇ ਡੀਜ਼ਲ ਤੇ ਪੈਟਰੋਲ ਦੇ ਰੇਟ 'ਤੇ ਵਾਧਾ ਨਹੀਂ ਹੋ ਰਿਹਾ, ਉਹਦੇ ਨਾਲ ਹਰ ਇੱਕ ਚੀਜ਼ ਵੱਧ ਰਹੀ ਹੈ। ਜਿਸ ਤਰ੍ਹਾਂ ਕਿ ਆਪਾਂ ਗੱਲ ਕਰੀਏ, ਅੱਜ ਸਿਲੰਡਰ ਦਾ ਰੇਟ ਵੀ ਵੱਧ ਗਿਆ ਹੈ ਦੁਬਾਰਾ। ਉਸ ਦੇ ਨਾਲ ਕੀ ਹੈ ਵੀ ਆਮ ਜੋ ਇਨਸਾਨ ਹੈ ਉਹਦੀ ਕਮਾਈ ਤੇ ਬਹੁਤ ਇਫੈਕਟ ਪੈ ਰਿਹਾ ਹੈ। ਅਗਰ ਉਹ ਵੀ ਇਸ ਵਾਧੇ ਨੂੰ ਲੈ ਕੇ ਰੋਸ ਵਿੱਚ ਹੈਗਾ ਤਾਂ ਕਿਸਾਨੀ ਸੰਘਰਸ਼ ਨੂੰ ਆਪਾਂ ਦੇਖ ਲਈਏ, ਉਸ ਦੇ ਵਿੱਚ ਵੀ ਲੋਕਾਂ ਦੇ ਵਿੱਚ ਬਹੁਤ ਰੋਸ ਹੈ। ਇਸ ਤਰ੍ਹਾਂ ਨਾਲ ਹਰ ਇੱਕ ਦੀ ਆਰਥਿਕ ਵਿਵਸਥਾ 'ਤੇ ਬਹੁਤ ਇਫੈਕਟ ਪੈ ਰਿਹਾ। ਇੰਨਾ ਮਹਿੰਗਾ ਸਿਲੰਡਰ ਕਰਤਾ, ਗਰੀਬ ਜਨਤਾ ਵਿਚਾਰੀ ਕੀ ਕਰੂਗੀ, ਸਾਡੇ ਵਰਗੀਆਂ ਕੀ ਕਰਨਗੀਆਂ। ਇੰਨਾ ਮਹਿੰਗਾ ਸਿਲੰਡਰ 50 ਰੁਪਏ ਉੱਤੋਂ ਵਧਾ ਤੇ ਗਰੀਬ ਵਿਚਾਰਿਆਂ ਦੀ ਤਾਂ ਰੋਟੀ ਨਹੀਂ ਪੂਰੀ ਹੁੰਦੀ। ਇਹਦਾ ਸਿਲੰਡਰ ਇੰਨੇ ਮਹਿੰਗੇ ਕਰਤੇ, ਮੋਦੀ ਨੂੰ ਮਾੜਾ ਜਿਹਾ ਸੋਚਣਾ ਚਾਹੀਦਾ ਹੈ ਭਾਈ ਗਰੀਬ ਜਨਤਾ ਕੀ ਕਰੂਗੀ। ਆਪ ਤਾਂ ਛੜਾ ਬੈਠਾਗਾ, ਜੇ ਉਹਦੇ ਜਵਾਕ ਹੁਣ ਤੁਹਾਨੂੰ ਪਤਾ ਲੱਗੇ ਪਰਿਵਾਰ ਕਿੱਦਾਂ ਪਾਲੀਦਾ, ਪਰਿਵਾਰ ਦੀ ਕੀ ਸਮੱਸਿਆ ਹੁੰਦੀ ਆ, ਇੱਕ ਆਮ ਆਦਮੀ ਜਨਤਾ ਵਿਚਾਰੀ ਕੀ ਕਰੂਗੀ। ਲਗਾਤਾਰ ਵਧ ਰਹੀ ਮਹਿੰਗਾਈ ਤੇ ਸਿਆਸੀ ਆਗੂਆਂ ਦੇ ਪ੍ਰਤੀਕਰਮ ਸਾਹਮਣੇ ਆਏ ਨੇ। ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਲਗਾਤਾਰ ਮਹਿੰਗਾਈ ਵਧਾ ਰਹੀ ਹੈ ਤੇ ਮਹਿੰਗਾਈ ਤੇ ਲਗਾਮ ਲਗਾਉਣ ਦੇ ਵਿੱਚ ਕੇਂਦਰ ਸਰਕਾਰ ਨਾਕਾਮ ਹੈ ਤੇ ਆਮ ਜਨਤਾ ਦਾ ਮਹਿੰਗਾਈ ਕਾਰਨ ਬੁਰਾ ਹਾਲ ਹੈ। पहली बार 100 से ऊपर पेट्रोल के भाव हो गए हैं घरेलू खपत के लिए। ये वो सरकार है जिसने गैस सिलेंडर के प्राइस को 770 के पास पहुंचा दिया है। गैस हो, डीजल हो, पेट्रोल हो, इनका एक कैस्केडिंग इफेक्ट है। जब इनकी प्राइस बढ़ती है तो हर प्रोडक्ट की हर चीज महंगी हो जाती है, क्योंकि हर चीज। सिलेंडर रखे हैं, इनके दाम निरंतर बढ़ाए जा रहे हैं। 10 दिनों के अंदर, आज 15 तारीख है, मात्र 10 दिनों के अंदर इन सिलेंडर में, रसोई गैस के सिलेंडर में 75 रुपए कीमत का इजाफा हुआ है। 75 रुपए कीमत बढ़ी है। ਦੀਪ ਸਿੱਧੂ ਦੀ ਅੱਜ ਮੁੜ ਤੋਂ ਪੇਸ਼ੀ ਹੋਵੇਗੀ ਅਦਾਲਤ ਦੇ ਵਿੱਚ। 7 ਦਿਨਾਂ ਦੀ ਪੁਲਿਸ ਰਿਮਾਂਡ ਤੇ ਦੀਪ ਸਿੱਧੂ ਨੂੰ ਲਿਆ ਗਿਆ ਸੀ। ਅਦਾਲਤ ਵੱਲੋਂ 7 ਦਿਨਾਂ ਦੀ ਪੁਲਿਸ ਰਿਮਾਂਡ ਦਿੱਤੀ ਗਈ ਹੈ ਜੋ ਕਿ ਅੱਜ ਖਤਮ ਹੋ ਗਈ ਹੈ। ਸੋ ਪੁਲਿਸ ਮੁੜ ਤੋਂ ਅਦਾਲਤ ਦੇ ਵਿੱਚ ਦੀਪ ਸਿੱਧੂ ਨੂੰ ਪੇਸ਼ ਕਰਕੇ ਰਿਮਾਂਡ ਮੰਗ ਸਕਦੀ ਹੈ। ਤੁਹਾਨੂੰ ਦੱਸ ਦਈਏ 26 ਜਨਵਰੀ ਨੂੰ ਹੋਏ ਟਰੈਕਟਰ ਮਾਰਚ ਦੌਰਾਨ ਪੁਲਿਸ ਦਾ ਅੰਦੋਲਨਕਾਰੀਆਂ ਦੇ ਨਾਲ ਜੋ ਟਕਰਾਅ ਹੋਇਆ ਸੀ, ਉਸੇ ਮਾਮਲੇ ਨੂੰ ਲੈ ਕੇ ਦੀਪ ਸਿੱਧੂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਮਾਮਲੇ ਨੂੰ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਵੱਲੋਂ 1 ਲੱਖ ਰੁਪਏ ਤੱਕ ਦਾ ਇਨਾਮ ਰੱਖਿਆ ਗਿਆ ਸੀ ਦੀਪ ਸਿੱਧੂ ਦੀ ਗ੍ਰਿਫਤਾਰੀ ਦੇ ਲਈ। ਸੋ ਅੱਜ ਫਿਰ ਦੁਬਾਰਾ ਤੋਂ ਦੀਪ ਸਿੱਧੂ ਦੀ ਪੇਸ਼ੀ ਹੋਵੇਗੀ ਅਦਾਲਤ ਦੇ ਵਿੱਚ। ਸੋ ਇਸ ਬਾਰੇ ਸਾਡੇ ਨਾਲ ਸਾਡੇ ਪੱਤਰਕਾਰ ਮਨਦੀਪ ਕਾਲੋਂ ਦਿੱਲੀ ਤੋਂ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਮਨਦੀਪ, ਅੱਜ ਮੁੜ ਤੋਂ ਪੇਸ਼ੀ ਹੋਣ ਜਾ ਰਹੀ ਹੈ, ਕੀ ਪੁਲਿਸ ਦੁਬਾਰਾ ਤੋਂ ਰਿਮਾਂਡ ਦੇ ਵਿੱਚ ਵਾਧਾ ਮੰਗ ਸਕਦੀ ਹੈ ਅਦਾਲਤ ਤੋਂ? ਦੇਖੋ, ਪਹਿਲਾਂ ਵੀ ਜਿਹੜਾ ਰਿਮਾਂਡ ਦਾ ਅੰਦਰੋਂ ਸਾਨੂੰ ਪਤਾ ਲੱਗਾ ਸੀ ਕਿ ਪੁਲਿਸ ਨੇ ਵੱਧ ਰਿਮਾਂਡ ਦੀ ਮੰਗ ਕੀਤੀ ਸੀ, 14 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਸੀ, ਪਰ ਕੋਰਟ ਦੇ ਵੱਲੋਂ 6 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ ਅੱਜ ਉਹ 6 ਦਿਨ ਪੂਰੇ ਹੋ ਜਾਂਦੇ ਆ। ਤਾਂ ਅੱਜ 11 ਵਜੇ ਦੇ ਕਰੀਬ ਲਗਭਗ ਦੀਪ ਸਿੱਧੂ ਨੂੰ ਤੀਸ ਹਜ਼ਾਰੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ। ਰਿਮਾਂਡ ਸੁਭਾਵਿਕ ਤੌਰ ਦੇ ਉੱਪਰ ਹੋ ਸਕਦਾ ਹੈ ਕਿ ਪੁਲਿਸ ਰਿਮਾਂਡ ਵੱਧ ਮੰਗ ਸਕਦੀ ਹੈ, ਕਿ ਜਦੋਂ ਪਿਛਲਾ ਰਿਮਾਂਡ ਲਿਆ ਸੀ ਤਾਂ ਉਦੋਂ ਇਹ ਚਰਚਾ ਉੱਠੀ ਸੀ ਕਿ ਦੀਪ ਸਿੱਧੂ ਦੇ ਬੰਬੇ ਵਾਲੇ ਘਰ ਜਾਂ ਉੱਥੇ ਜਾ ਕੇ ਵੀ ਪੁੱਛਗਿੱਛ ਜਾਂ ਉੱਥੇ ਜਾ ਕੇ ਵੀ ਜਿਹੜੀ ਜਾਂਚ ਪੜਤਾਲ ਹੋ ਸਕਦੀ ਹੈ। ਤਾਂ ਬੰਬੇ ਅਜੇ ਤੱਕ ਉਹਨਾਂ ਨੂੰ ਨਹੀਂ ਲਿਜਾਇਆ ਗਿਆ। ਹਾਲਾਂਕਿ ਲਾਲ ਕਿਲੇ ਦੇ ਵਿੱਚ ਰੀਕ੍ਰੀਏਟ ਟੀਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਸੀ। ਇੱਕ ਦਿਨ ਉਹਨਾਂ ਨੂੰ ਲੈ ਕੇ ਆਏ ਸੀ, ਪੁੱਛ ਪੜਤਾਲ ਚੱਲ ਰਹੀ ਹੈ, ਪਰ ਰਿਮਾਂਡ ਦੇ ਵਿੱਚ ਵਾਧੇ ਦੀ ਗੱਲ ਜਾਂ ਰਿਮਾਂਡ ਹੋਰ ਮੰਗਣ ਦੀ ਗੱਲ ਉਹ ਆ ਸਕਦੀ ਹੈ ਸੁਭਾਵਿਕ ਤੌਰ ਤੇ, ਕਿਉਂਕਿ ਮਾਮਲਾ ਅਜੇ ਕਾਫੀ ਵੱਡਾ ਆ। ਤਾਂ ਉਹਦੇ ਵਿੱਚ ਪੁੱਛ-ਗਿੱਛ ਜਿਹੜੀ ਹੋਣੀ ਆ ਉਹ ਲਾਜ਼ਮੀ ਵੀ ਹੈ ਕਿਤੇ ਨਾ ਕਿਤੇ, ਕਿਉਂਕਿ ਸਹੀ ਪੱਖ ਜਿਹੜਾ ਆ ਲੋਕਾਂ ਦੇ ਅੱਗੇ ਆਉਣਾ ਵੀ ਜ਼ਰੂਰੀ ਹੈ। ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਅਕਸਰ ਦੇਖਦੇ ਹਾਂ ਕਿ ਦੀਪ ਸਿੱਧੂ ਦੇ ਹੱਕ ਦੇ ਵਿੱਚ ਜਾਂ ਦੀਪ ਸਿੱਧੂ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ, ਪਰ ਜੋ ਕੋਰਟ ਦੇ ਵਿੱਚ ਫੈਸਲਾ ਹੋਣਾ ਹੈ ਉਸਦਾ ਇੰਤਜ਼ਾਰ ਸਾਰਿਆਂ ਨੂੰ ਹੈ, ਕਿਉਂਕਿ ਦੀਪ ਸਿੱਧੂ ਦੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਨਾਲ ਭਾਵਨਾਵਾਂ ਵੀ ਨੇ। ਤਾਂ ਜੋ 26 ਜਨਵਰੀ ਨੂੰ ਹੋਇਆ ਉਸਨੂੰ ਵੀ ਲੈ ਕੇ ਕਿਤੇ ਨਾ ਕਿਤੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ।
ਤਾਂ ਦੇਖਦੇ ਹਾਂ ਕਿ 11 ਵਜੇ ਦੇ ਕਰੀਬ ਜਦੋਂ ਪੇਸ਼ ਕੀਤਾ ਜਾਊਗਾ, ਕਿਹੋ ਜਿਹੀ ਹਾਲਤ 'ਚ ਪੇਸ਼ ਕੀਤਾ ਜਾਊਗਾ, ਰਿਮਾਂਡ ਮੰਗਿਆ ਜਾਊਗਾ ਕਿ ਜਾਂ ਫਿਰ ਕੋਰਟ ਦੇ ਵੱਲੋਂ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਅਜਿਹੀਆਂ ਕਈ ਜਿਹੜੇ ਸਵਾਲ ਹੈਗੇ ਨੇ ਉਹ ਜਿਹੜੇ ਪੇਸ਼ੀ ਤੋਂ ਬਾਅਦ ਹੀ ਪਤਾ ਲੱਗ ਸਕਦੇ ਨੇ। ਜੀ ਬਹੁਤ ਬਹੁਤ ਧੰਨਵਾਦ ਮਨਦੀਪ ਇਸ ਜਾਣਕਾਰੀ ਲਈ। ਮਨਦੀਪ ਕਾਲੋਂ ਸਾਡੇ ਨਾਲ ਜੁੜੇ ਹੋਏ ਸਨ, ਦਿੱਲੀ ਤੋਂ ਜਾਣਕਾਰੀ ਦੇ ਰਹੇ ਸਨ। ਸੋ ਅੱਜ ਦੁਬਾਰਾ ਤੋਂ ਪੇਸ਼ੀ ਹੋਵੇਗੀ ਦੀਪ ਸਿੱਧੂ ਦੀ। ਅਦਾਲਤ ਤੋਂ ਮੁੜ ਤੋਂ ਦੀਪ ਸਿੱਧੂ ਦਾ ਰਿਮਾਂਡ ਵਧਾਉਣ ਦੀ ਮੰਗ ਕੀਤੀ ਜਾ ਸਕਦੀ ਹੈ ਪੁਲਿਸ ਦੁਆਰਾ। ਸੋ ਦੇਸ਼ ਭਰ ਦੇ ਵਿੱਚ ਅੱਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ। ਮੌਸਮ ਦੀ ਤਬਦੀਲੀ ਦਾ ਇਹ ਤਿਉਹਾਰ ਹੈ। ਕਿਹਾ ਜਾਂਦਾ ਹੈ ਕਿ ਆਈ ਬਸੰਤਰ ਪਾਲਾ ਉਡੰਤਰ। ਸੋ ਬਸੰਤ ਤੋਂ ਬਾਅਦ ਸਮਝਿਆ ਜਾਂਦਾ ਹੈ ਕਿ ਸਰਦੀ ਦੀ ਰੁੱਤ ਖਤਮ ਹੋ ਗਈ ਹੈ। ਸੋ ਲੋਕ ਇਸ ਤਿਉਹਾਰ ਵਾਲੇ ਦਿਨ ਖੁਸ਼ੀ ਮਨਾਉਂਦੇ ਨੇ, ਨੱਚ ਗਾ ਕੇ ਪਤੰਗ ਵੀ ਉਡਾਏ ਜਾਂਦੇ ਨੇ। ਬਸੰਤ ਪੰਜਾਬ ਦਾ ਪੁਰਾਣਾ ਤਿਉਹਾਰ ਹੈ। ਇਸ ਤਿਉਹਾਰ ਵਾਲੇ ਦਿਨ ਮਾਤਾ ਸਰਸਵਤੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਪੀਲੇ ਰੰਗ ਦੇ ਕੱਪੜੇ ਤੇ ਮਿਠਾਈਆਂ ਦਾ ਸੇਵਨ ਵੀ ਕੀਤਾ ਜਾਂਦਾ ਹੈ। ਸੋ ਪੀਲੇ ਰੰਗ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ ਬਸੰਤ ਵਾਲੇ ਦਿਨ। ਸੋ ਬਸੰਤ ਪੰਜਾਬ ਦੇ ਪੁਰਾਤਨ ਵਿਰਸੇ ਦੀ ਝਲਕ ਵੀ ਮਿਲਦੀ ਹੈ। ਇਸ ਤਿਉਹਾਰ ਤੋਂ ਮੇਲੇ ਵੀ ਲੱਗਦੇ ਨੇ ਤੇ ਲੋਕ ਨੱਚ ਗਾ ਕੇ ਖੁਸ਼ੀਆਂ ਵੀ ਮਨਾਉਂਦੇ ਨੇ। ਧਾਰਮਿਕ ਮਹੱਤਵ ਵੀ ਹੈ ਇਸ ਰੰਗ ਦਾ। ਪੀਲੇ ਰੰਗ ਦੇ ਕੱਪੜੇ ਪਾਏ ਜਾਂਦੇ ਨੇ, ਪਾਠ ਪੂਜਾ ਵੀ ਕੀਤੀ ਜਾਂਦੀ ਹੈ ਤੇ ਖਾਸ ਤੌਰ ਤੇ ਪਤੰਗ ਵੀ ਉਡਾਏ ਜਾਂਦੇ ਨੇ ਪੰਜਾਬ ਦੇ ਸ਼ਹਿਰਾਂ ਵਿੱਚ। ਬੱਚਿਆਂ ਵਿੱਚ ਵੀ ਇਸ ਤਿਉਹਾਰ ਨੂੰ ਲੈ ਕੇ ਖਾਸ ਚਾਅ ਹੁੰਦਾ ਹੈ। ਸਾਰਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜਿੱਦਾਂ ਆਪਾਂ ਅੱਗੇ ਡੋਰ ਦੀ ਯੂਜ਼ ਕਰਦੇ ਆ ਉਸ ਤਰ੍ਹਾਂ ਯੂਜ਼ ਕਰਕੇ ਸਾਰਿਆਂ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੱਸ ਖੇਡ ਕੇ ਮਨਾਉਣਾ ਚਾਹੀਦਾ। ਚਾਈਨਾ ਡੋਰ ਦੀ ਵਰਤੋਂ ਕਰਾਂਗੇ ਤਾਂ ਕਈਆਂ ਦੇ ਗਲੇ ਕੱਟੇ ਜਾਂਦੇ, ਕਈਆਂ ਦੇ ਹੱਥ ਕੱਟੇ ਜਾਂਦੇ ਆ। ਇਸ ਚੀਜ਼ ਤੋਂ ਆਪਾਂ ਨੇ ਪਰਹੇਜ਼ ਕਰਨਾ, ਬਸ ਧੂਮਧਾਮ ਨਾਲ ਮਨਾਉਣਾ ਚਾਹੀਦਾ। ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਸੂਬਾ ਪੱਧਰੀ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਗਏ ਨੇ। ਪੰਜਾਬ ਸਰਕਾਰ ਵੱਲੋਂ ਨਾ ਹੋਰ ਪੋਸਕੋ ਫਾਸਟ ਟਰੈਕ ਅਦਾਲਤਾਂ ਦੇ ਗਠਨ ਦੇ ਹੁਕਮ ਦਿੱਤੇ ਗਏ ਨੇ। 27 ਪੁਲਿਸ ਜ਼ਿਲ੍ਹਿਆਂ ਦੇ ਵਿੱਚ ਸੈਕਸੁਅਲ ਅਸਾਲਟ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸੋ ਪੰਜਾਬ ਸਰਕਾਰ ਵੱਲੋਂ ਲਗਾਤਾਰ ਔਰਤਾਂ ਦੇ ਖਿਲਾਫ ਵੱਧ ਰਹੇ ਅਪਰਾਧਾਂ ਅਤੇ ਬੱਚਿਆਂ ਦੇ ਖਿਲਾਫ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਇਸ ਕਮੇਟੀ ਦਾ ਗਠਨ ਕੀਤਾ ਗਿਆ। ਕਿਤੇ ਨਾ ਕਿਤੇ ਪਿਛਲੇ ਦਿਨਾਂ ਤੋਂ ਔਰਤਾਂ ਤੇ ਬੱਚਿਆਂ ਦੇ ਖਿਲਾਫ ਹਿੰਸਕ ਅਤੇ ਹੋਰ ਕਿਸਮ ਦੇ ਅਪਰਾਧਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ। ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਅੱਜ ਪਾਤੜਾਂ ਤੇ ਸਮਾਣਾ ਦੇ 3 ਬੂਥਾਂ ਤੇ ਦੁਬਾਰਾ ਤੋਂ VOTING। ਚੋਣ ਕਮਿਸ਼ਨ ਨੂੰ EVM ਨੂੰ ਨੁਕਸਾਨ ਪਹੁੰਚਾਉਣ ਸੰਬੰਧੀ ਹੋਈ ਸੀ ਸ਼ਿਕਾਇਤ। 17 ਨੂੰ ਨਤੀਜਿਆਂ ਦਾ ਹੋਵੇਗਾ ਐਲਾਨ। ਦੀਪ ਸਿੱਧੂ ਦੀ ਅੱਜ ਅਦਾਲਤ 'ਚ ਮੁੜ ਤੋਂ ਹੋਵੇਗੀ ਪੇਸ਼ੀ। 7 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਕੀਤਾ ਜਾਵੇਗਾ ਪੇਸ਼। ਲਾਲ ਕਿਲ੍ਹਾ ਹਿੰਸਾ 'ਚ ਆਰੋਪੀ ਹੈ ਦੀਪ ਸਿੱਧੂ। ਪੁਲਿਸ ਅਦਾਲਤ ਤੋਂ ਮੁੜ ਤੋਂ ਮੰਗ ਸਕਦੀ ਹੈ ਰਿਮਾਂਡ। मोरिंडा च गैस एजेंसी के ड्राइवर कोलों लुट की वारदात। लुटेरे करीब 38,000 खो के हुए फरार। 2 मोटरसाइकिल सवारां ने दिता लुट की वारदात नूं अंजाम। देश भर दे विच बसंत पंचमी के त्यौहार दीआं रौनकां। लोक विद्या की देवी सरस्वती की करते ने पूजा। पीले रंग दीआं मिठाइयां ते कपड़ियां नूं दित्ती जांदा है खास महत्व। पतंगां दीआं दुकानां ते भी वधी भीड़। ਤੇ ਜਾਂਦੇ ਜਾਂਦੇ ਜ਼ਰੂਰੀ ਜਾਣਕਾਰੀ ਆਪਣੀ ਕਿਸੇ ਵੀ ਸ਼ਿਕਾਇਤ ਜਾਂ ਸੁਝਾਅ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ news@fastway.in ਤੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਆਨਲਾਈਨ ਦੇਖਣ ਦੇ ਲਈ www.fastway.in ਤੇ ਤੁਸੀਂ ਲੌਗਇਨ ਵੀ ਕਰ ਸਕਦੇ ਹੋ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।